ਖੁਰਾਕ ਤਾਂ ਇਹ ਖੇਡਾਂ ਹੀ ਨੇ। ਇਹ ਖੇਡਾਂ ਸਾਡੇ ਸੱਭਿਆਚਾਰਕ ਇਤਿਹਾਸ ਦੀ ਅਦੁੱਤੀ ਵਿਰਾਸਤ ਹਨ। ਬਚਪਨ, ਜਵਾਨੀ ਤੇ ਬੁਢਾਪਾ ਆਪਣੇ ਆਪਣੇ ਹਿੱਸੇ ਦੀਆਂ ਵੱਖ-ਵੱਖ ਖੇਡਾਂ ਦਾ ਆਨੰਦ ਮਾਣਦਾ ਹੋਇਆ ਜੀਵਨ ਸਫ਼ਰ ਇੰਨੀ ਨਿਰਵਿਘਨਤਾ ਨਾਲ ਤੈਅ ਕਰਦਾ ਹੈ ਕਿ ਪਤਾ ਹੀ ਨਹੀਂ ਲੱਗਦਾ। ਇਹ ਖੇਡਾਂ ਸਰੀਰਕ ਅਰੋਗਤਾ, ਮਨੋਰੰਜਨ ਤੇ ਆਪਣੇ ਆਪਣੇ ਹੁਨਰ ਦਾ ਪ੍ਰਤੀਕ ਹਨ। ਸਰੀਰਕ ਤੰਦਰੁਸਤੀ ਸਮਾਜਿਕ ਤੇ ਆਤਮਿਕ ਤੰਦਰੁਸਤੀ ਦਾ ਪ੍ਰਗਟਾਵਾ ਬਣ ਜਾਂਦੀ ਹੈ। ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ, ਮਾਰਦੇ ਨੇ ਛਾਲਾਂ ਨਾਲੇ ਡੰਡ ਪੇਲ ਦੇ। ਕਿਸ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ, ਅਖੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਕੌਡੀ ਜਾਂ ਕਬੱਡੀ ਨਿਰੋਲ ਪੰਜਾਬ ਦੀ ਧਰਤੀ ਤੇ ਪੇਂਡੂ ਸਮਾਜ ਵਿੱਚ ਪੈਦਾ ਹੋਈ ਖੇਡ ਹੈ। ਪੰਜਾਬੀਆਂ ਦੀ ਇਹ ਰਾਸ਼ਟਰੀ ਖੇਡ ਉਹਨਾਂ ਦੇ ਸੁਭਾਅ, ਮਰਦਾਊਪੁਣੇ ਤੇ ਸਰੀਰਕ ਬਲ ਅਤੇ ਫੁਰਤੀਲੇਪਨ ਦਾ ਪ੍ਰਗਟਾਵਾ ਕਰਦੀ ਹੈ। ਬੇਸ਼ੱਕ ਇੱਕ ਵੇਲੇ ਲੰਮੀ ਕੌਡੀ, ਗੰਗੀ ਕੌਡੀ ਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਮੁੱਖ ਕਿਸਮਾਂ ਸਨ, ਪਰ ਅੱਜ ਕੱਲ੍ਹ ਇਹਨਾਂ ਦੀ ਜਗ੍ਹਾ ਨੈਸ਼ਨਲ ਕਬੱਡੀ ਨੇ ਲੈ ਲਈ ਹੈ। ਅੱਜ ਕੱਲ੍ਹ ਤਾਂ ਇਹ ਇੰਗਲੈਂਡ, ਕੈਨੇਡਾ ਤੋਂ ਇਲਾਵਾ ਏਸ਼ੀਆਈ ਤੇ ਅੰਤਰਰਾਸ਼ਟਰੀ ਖੇਡਾਂ ਦਾ ਹਿੱਸਾ ਵੀ ਬਣ ਚੁੱਕੀ ਹੈ। ਸਾਹ ਰੋਕ ਕੇ ਕਬੱਡੀ ਕਬੱਡੀ ਕਹਿੰਦਾ ਇੱਕ ਖਿਡਾਰੀ ਜਦ ਦੂਜੀ ਟੀਮ ਵੱਲ ਸਾਹ ਪਾਉਣ ਜਾਂਦਾ ਹੈ ਤਾਂ ਦੇਖਣ ਵਾਲੇ ਅਸ਼ ਅਸ਼ ਕਰ ਉੱਠਦੇ ਹਨ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਸਾਡੇ ਗੁਰੂਆਂ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ। ਸਮਾਜ ਵੱਲੋਂ ਲਤਾੜੀ ਔਰਤ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰੇ। ਔਰਤ ਮਰਦ ਦੇ ਸਾਂਝੇ ਪੰਜਾਬੀ ਸਮਾਜ ਵਿੱਚ ਅੱਜ ਕੱਲ੍ਹ ਗੱਭਰੂਆਂ ਦੇ ਨਾਲ ਨਾਲ ਔਰਤਾਂ ਦੀ ਵੀ ਕਬੱਡੀ ਪ੍ਰਚਲਿਤ ਹੈ। ਪੰਜਾਬ ਦੀਆਂ ਮੁਟਿਆਰਾਂ ਇਹ ਕਹਿ ਰਹੀਆਂ ਹਨ, ਜ਼ਰਾ ਸੰਭਲ ਕੇ ਰਿਓ ਜਵਾਨੋ, ਉਹ ਵੀ ਕਿਸੇ ਤੋਂ ਘੱਟ ਨਹੀਂ ਨੇ। ਸਾਡੀਆਂ ਪੇਂਡੂ ਖੇਡਾਂ ਵਿੱਚ ਸਿਰਫ ਇਨਸਾਨਾਂ ਨੂੰ ਹੀ ਨਹੀਂ ਖੇਡਣ ਦਾ ਮੌਕਾ ਦਿੱਤਾ ਜਾਂਦਾ, ਬਲਕਿ ਜਾਨਵਰਾਂ, ਪੰਛੀਆਂ ਤੇ ਪਾਲਤੂ ਪਸ਼ੂਆਂ ਨੂੰ ਵੀ ਖੇਡਣ ਤੇ ਆਪਣੇ ਸਰੀਰਕ ਬਲ ਤੇ ਫੁਰਤੀਲੇਪਨ ਦੀ ਹੁਨਰਮੰਦੀ ਦਿਖਾਉਣ ਦਾ ਪੂਰਾ ਮੌਕਾ ਦਿੱਤਾ ਜਾਂਦਾ। ਬਲਦਾਂ ਦੀਆਂ ਗੱਡੀਆਂ ਦੀ ਦੌੜ ਪੰਜਾਬੀਆਂ ਲਈ ਉਤਸ਼ਾਹ ਤੇ ਸ਼ੂਕ ਦੇ ਬਲਬਲਿਆਂ ਭਰੀ ਖੇਡ ਹੈ। ਪੰਜਾਬੀ ਆਪਣੇ ਪਿਆਰੇ ਬਲਦਾਂ ਨੂੰ ਸ਼ਿੰਗਾਰ ਕੇ ਮੈਦਾਨ ਵਿੱਚ ਲਿਆਉਂਦੇ ਹਨ। ਪਹਿਲਾਂ ਤਾਂ ਮੀਲਾਂ 'ਚ ਦਬਾਉਂਦੇ ਹੁੰਦੇ ਮਰੱਬੇ, ਬਈ ਇੰਨੇ ਮਰੱਬੇ ਭੱਜੂ ਬਲਦ ਮੁੜ ਕੇ ਆਊ। ਹੁਣ ਫਿਰ ਉਦੋਂ ਘੱਟ ਕੇ 8 ਕਿੱਲੇ ਤੇ ਆ ਗਏ, ਉਦੋਂ ਘੱਟ ਕੇ ਹੁਣ ਇਸ ਟਾਈਮ ਤਾਂ 5 ਕਿੱਲਿਆਂ ਤੇ ਹੀ ਆ ਗਏ। ਧੂੜ ਉਡਾਉਂਦੇ ਸਰਪਟੀ ਅੰਦਾਜ਼ ਵਿੱਚ ਦੌੜਦੇ ਬਲਦ ਅਰਬੀ ਘੋੜਿਆਂ ਨੂੰ ਵੀ ਮਾਤ ਪਾਉਂਦੇ ਹਨ। ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਇਹ ਦੌੜਾਂ ਰੋਮਨ ਸਾਮਰਾਜ ਦੀਆਂ ਘੋੜ ਗੱਡੀਆਂ ਦੀਆਂ ਦੌੜਾਂ ਨੂੰ ਵੀ ਫਿੱਕਾ ਪਾਉਂਦੀਆਂ ਜਾਪਦੀਆਂ ਹਨ।
ਜੀ ਦੇ ਜੌਹਰ ਵੇਖ ਕੇ ਤਾਂ ਦਰਸ਼ਕ ਦੰਦਾਂ ਥੱਲੇ ਉਂਗਲਾਂ ਦਬਾ ਲੈਂਦੇ ਹਨ। ਨੇਜ਼ਾਬਾਜ਼ੀ ਦੀ ਇਹ ਖੇਡ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀ ਆ ਰਹੀ ਉਹਨਾਂ ਦੀ ਫੌਜ ਦੀ ਇਹ ਰਵਾਇਤ ਇਸ ਵੇਲੇ ਪੰਜਾਬ ਦੀ ਪ੍ਰਮੁੱਖ ਪੇਂਡੂ ਖੇਡ ਹੈ। ਨਿਹੰਗ ਸਿੰਘ ਕਿਵੇਂ ਕੁਸ਼ਲਤਾ ਨਾਲ ਆਪਣਾ ਸਰੀਰਕ ਸੰਤੁਲਨ ਬਣਾਈ ਖੜਾ ਹੈ। ਗੁਰੂ ਦੇ ਸਿੰਘ ਦੇ ਘੋੜਿਆਂ ਨੂੰ ਪਤਾ ਹੈ ਕਿ ਉਹਨਾਂ ਉੱਪਰ ਸਵਾਰ ਕੋਈ ਆਮ ਇਨਸਾਨ ਨਹੀਂ ਹੈ, ਬਲਕਿ ਇਹ ਗੁਰੂ ਦੀ ਲਾਡਲੀ ਫੌਜ ਦਾ ਸਿਪਾਹੀ ਹੈ ਜਿਸ ਨੂੰ ਫੁੱਲਾਂ ਵਾਂਗ ਸੰਭਾਲ ਕੇ ਦੌੜਦੇ ਰਹਿਣਾ। ਇਹ ਪੇਂਡੂ ਖੇਡ ਭਰਵੇਂ ਜਜ਼ਬਿਆਂ ਤੇ ਗੂੰਜਦੇ ਜੈਕਾਰਿਆਂ ਨਾਲ ਹੋਰ ਵੀ ਭਾਵਨਾਵਾਂ ਦਾ ਹੱਡ ਬਣ ਜਾਂਦੀ ਹੈ। ਗੱਤਕਾ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖ ਫੌਜਾਂ ਦੀ ਪਰੰਪਰਿਕ ਤਲਵਾਰਬਾਜ਼ੀ ਦੀ ਫੌਜੀ ਸਿਖਲਾਈ ਦੀ ਰਵਾਇਤ ਹੈ। ਸਮੁੱਚੇ ਭਾਰਤ ਦੀ ਸ਼ਸਤਰ ਸਿਖਲਾਈ ਦੀ ਪਰੰਪਰਾਗਤ ਤਲਵਾਰਬਾਜ਼ੀ ਦੇ ਭਾਰਤ ਵਿੱਚ ਦੋ ਤਰ੍ਹਾਂ ਦੇ ਮਾਰਸ਼ਲ ਆਰਟਸ ਹਨ, ਮਣੀਪੁਰੀ ਤੇ ਪੰਜਾਬੀ ਖਾਲਸਾਈ ਗੱਤਕਾ। ਗੱਤਕੇ ਦੇ ਪੁਰਾਤਨ ਖਾਲਸਾਈ ਵਿਸ਼ੇਸ਼ ਪੈਂਤੜੇ ਹਨ ਜੋ ਅਰਬੀ, ਅਫਗਾਨੀ, ਮੁਗਲ ਪੈਂਤੜਿਆਂ ਤੋਂ ਵੱਖਰੇ ਹਨ। ਇਨ੍ਹਾਂ ਪੈਂਤੜਿਆਂ ਜਾਂ ਗੱਤਕੇ ਸਾਦੇ ਹੋਏ ਤਕਨੀਕੀ ਦਾਅ ਪੇਚਾਂ ਤੇ ਦੁਸ਼ਮਣ ਉੱਪਰ ਹਮਲੇ ਦੇ ਫਰਤੀਲੇ ਘਾਤਕ ਦਾਵਾਂ ਨੇ ਇਹਦੀ ਪ੍ਰਸੰਗਕਤਾ ਨੂੰ ਅਜੇ ਵੀ ਤਰੋਤਾਜ਼ਾ ਬਣਾਇਆ ਹੋਇਆ ਹੈ। ਸ਼ਸਤਰ ਸਿਖਲਾਈ ਦੀ ਇਹ ਜੁਝਾਰੂ ਕਲਾ ਅੱਜ ਸਾਡੀਆਂ ਪੇਂਡੂ ਖੇਡਾਂ ਦਾ ਇੱਕ ਅੰਗ ਬਣ ਚੁੱਕੀ ਹੈ। ਕੁੱਤਿਆਂ ਦੀ ਦੌੜ ਇਹ ਪੰਜਾਬ ਦੇ ਪਾਲਤੂ ਕੁੱਤੇ ਰੱਖਣ ਦੇ ਸ਼ੌਕੀਨਾਂ ਦੀ ਮਨਪਸੰਦ ਦੌੜ ਹੈ। ਇਸ ਖੇਡ ਵਿੱਚ ਕੁੱਤਿਆਂ ਦੇ ਮੋਹਰੇ ਰੱਸੀ ਨਾਲ ਬੱਝਾ ਇੱਕ ਨਕਲੀ ਖਰਗੋਸ਼ ਦੌੜਾਇਆ ਜਾਂਦਾ ਹੈ। ਕੁੱਤੇ ਉਸ ਨੂੰ ਫੜਨ ਲਈ ਤੇਜ਼ੀ ਨਾਲ ਦੌੜਦੇ ਹਨ। ਕੁੱਤਿਆਂ ਦੀ ਦੌੜ ਵਿੱਚ ਜਿੱਤਣ ਵਾਲੇ ਚੋਖੀ ਰਕਮ ਇਨਾਮ ਵਿੱਚ ਵੀ ਜਿੱਤਦੇ ਹਨ। ਕੁੱਤਿਆਂ ਨੂੰ ਰੇਸ ਦੇ ਪ੍ਰਤੀਯੋਗੀ ਦੇਖਣਾ ਇਹ ਹੈਰਾਨੀਜਨਕ ਤੇ ਉਤਸ਼ਾਹ ਭਰਿਆ ਨਜ਼ਾਰਾ ਹੁੰਦਾ ਹੈ। ਇਨ੍ਹਾਂ ਪੇਂਡੂ ਖੇਡਾਂ ਦੇ ਨਾਲ-ਨਾਲ ਕਈ ਅਜਿਹੀਆਂ ਖੇਡਾਂ ਵੀ ਹਨ ਜੋ ਕਾਰ ਵਿਹਾਰ ਤੇ ਸਧਾਰਨ ਜਨਜੀਵਨ ਤੇ ਖੇਤੀਬਾੜੀ ਸੰਬੰਧਿਤ ਕੰਮਾਂ-ਕਾਰਾਂ ਦੇ ਕਾਰਨ ਹੀ ਪੇਂਡੂ ਖੇਡਾਂ ਦਾ ਰੂਪ ਲੈ ਚੁੱਕੀਆਂ ਹਨ। ਇਹੀ ਉਹਨਾਂ ਦਾ ਹੁਨਰ ਬਣ ਚੁੱਕਾ ਹੈ। ਵੱਖ-ਵੱਖ ਤਰ੍ਹਾਂ ਦੇ ਸੰਦਾਂ ਨੂੰ ਕਦੀ ਦੰਦਾਂ ਨਾਲ, ਕਦੀ ਗਲ ਧੌਣ ਦੇ ਜ਼ੋਰ ਨਾਲ ਚੁੱਕਣਾ ਵੀ ਇਸ ਖੇਡ ਦਾ ਇੱਕ ਹੁਨਰ ਹੈ। ਸਿਰਫ ਜਵਾਨ ਹੀ ਨਹੀਂ, ਬਜ਼ੁਰਗ ਵੀ ਪਿੱਛੇ ਨਹੀਂ ਰਹਿੰਦੇ। ਜਿਵੇਂ ਕਹਿ ਰਹੇ ਹੋਣ, ਬਹਿ ਕੇ ਵੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ। ਹਰ ਉਮਰ ਭਾਰ ਚੁੱਕਣ ਦੀ ਤਾਕਤ ਦਾ ਵਿਖਾਵਾ ਕਰਦੀ ਹੈ। ਕਦੇ ਦੰਦਾਂ ਨਾਲ ਸਾਈਕਲ ਚੁੱਕਣਾ, ਇਕੱਲਾ ਬੰਦਾ ਭਾਵੇਂ ਕਿਸੇ ਮੁਸ਼ਕਿਲ ਵਿੱਚ ਫਸ ਜਾਏ, ਪਰ ਜੇ ਦੋ ਹੋਣ ਤਾਂ ਹਰ ਔਕੜ ਦਾ ਸਾਹਮਣਾ ਕਰ ਸਕਦੇ ਨੇ। ਇੱਕ ਰਿੰਗ ਵਿੱਚੋਂ ਇਹ ਦੋਵੇਂ ਨਿਕਲ ਕੇ ਇੱਕ ਜੁਟਤਾ ਤੇ ਇੱਕ ਸੁਰਤਾ ਦੀ ਤਾਕਤ ਪੇਸ਼ ਕਰ ਰਹੇ ਨੇ।
इस तरह बजुर्ग आने वाली पीढ़ी नूं मुश्किलों विचों निकलना सिखाउंदे ने। दूजे दे भार नूं सिर ते सामभना ते संभालना ही काफ़ी नहीं है। अपना ते उहदा संतुलन बनाई रखना भी इस खेड दी मुख हुनरमंदी है। बजुर्गां नूं भावें संगलां जंजीरां विच बन दिओ, उहदे आज़ाद रहन दी चाह उस नूं किसी भी बंदिश विच बन नहीं सकेगी। ਅੱਗ ਦਿਆਂ ਚੱਕਰਾਂ ਵਿੱਚੋਂ ਇੰਨੀ ਸਫਾਈ ਨਾਲ ਛਾਲ ਮਾਰ ਕੇ ਲੰਘ ਜਾਣਾ ਸਿਰਫ ਬਾਜ਼ੀਗਰਾਂ ਦੀ ਕਲਾ ਹੀ ਨਹੀਂ ਹੈ, ਆਮ ਪੰਜਾਬੀਆਂ ਦੀ ਮਨ ਭਾਉਂਦੀ ਪੇਂਡੂ ਖੇਡ ਵੀ ਇਹ ਬਣ ਚੁੱਕੀ ਹੈ। ਦੋ ਨੌਜਵਾਨ ਸਰੀਰ ਨੇ ਜਾਂ ਕਿਸੇ ਟਰੱਕ ਦਾ ਚੱਕਾ, ਪਤਾ ਨਹੀਂ ਕਿਹੜੀ ਮੰਜ਼ਿਲ ਵੱਲ ਰਵਾਨਗੀ। जद जुस्सा ते ताकत पंजाबी होवे ते उपरों बूरियां मझां दा दुध क्यों पीता खादा होवे, फिर सरिया की पंजाबी तां स्टील दे गार्डर भी दोरे कर देणगे। जंग का मैदान होवे, खेड का मैदान होवे, भावें जीवन का सफर, संतुलन बनाई रखना पंजाब दे निहंग सिंगां तो सिखो। हैरान होने वाली गल नहीं, ये पंजाबी जीवन जांच है जो साडियां पेंडू खेडां विच लुकी हुई है। जीवन दे अनगिनत तलिस्मी ते डूंगे राज लुके हुए हैं। जीवन की निरंतर वगदी धारा विच घुले हुए नेकां रस, अनगिनत सवालों के जवाब,
ਜਿਨ੍ਹਾਂ ਤੱਕ ਕੋਈ ਵੀ ਲਿਖਤੀ ਗਿਆਨ ਦੇ ਗ੍ਰੰਥ ਜਾਂ ਤਕਨੀਕੀ ਲੈਬਾਰਟਰੀਆਂ ਨਹੀਂ ਪਹੁੰਚ ਸਕੀਆਂ। ਮਾਸੂਮ ਜਿਹੀ ਪੇਂਡੂ ਖੇਡਾਂ ਵਿਚਲੀ ਮਾਸੂਮੀਅਤ ਵਿੱਚੋਂ ਹੀ ਵਿਸ਼ਵ ਗਿਆਨ ਤੇ ਇਨਸਾਨੀ ਭਾਈਚਾਰੇ ਨੂੰ ਜੇ ਕੋਈ ਸਮਝਦਾ ਹੈ ਤਾਂ ਉਹ ਹੈ ਮਾਸੂਮ ਬਚਪਨ। ਓਸ਼ੰਪਾ ਬਈ ਓਸ਼ੰਪਾ, ਓਸ਼ੰਪਾ ਬਈ ਓਸ਼ੰਪਾ। ਇਹ ਪੇਂਡੂ ਖੇਡ ਦੇ ਬੱਚੇ ਭਾਸ਼ਾ ਦੀਆਂ ਵਲਗਣਾਂ ਤੋਂ ਦੂਰ ਹਨ। ਇਹਨਾਂ ਨੂੰ ਪਤਾ ਹੈ ਤਾਂ ਸਿਰਫ ਪ੍ਰੇਮ ਦਾ, ਨਿੱਘੇ ਮੋਹ ਦਾ। ਗੀਟਿਆਂ ਦੀ ਖੇਡ। ਗੀਟਿਆਂ ਦੀ ਖੇਡ ਪੱਥਰ ਦੇ 4 ਜਾਂ 5 ਟੁਕੜਿਆਂ ਨਾਲ ਖੇਡਣ ਵਾਲੀ ਕੁੜੀਆਂ ਦੀ ਇਹ ਖੇਡ ਉਹਨਾਂ ਲਈ ਗੰਭੀਰ ਤੇ ਡੂੰਘੇ ਅਰਥ ਲਈ ਬੈਠੀ ਹੈ। ਇਸ ਖੇਡ ਅੰਦਰ ਕੁੜੀ ਲਈ ਆਪਣਾ ਘਰ ਸਾਂਭਣ ਦੇ ਅਨੇਕ ਅਰਥ ਲੁਕੇ ਹੋਏ ਹਨ। ਛੋਟੀਆਂ ਛੋਟੀਆਂ ਕੁੜੀਆਂ ਵੀ ਅਚੇਤ ਜਾਂ ਸੁਚੇਤ ਰੂਪ ਵਿੱਚ ਘਰ ਪੁਗਾ ਕੇ ਘਰ ਸਾਂਭਣਾ ਸਿੱਖਦੀਆਂ ਹਨ। ਇਹ ਖੇਡ 2 ਤਰੀਕਿਆਂ ਨਾਲ ਖੇਡੀ ਜਾਂਦੀ ਹੈ। ਚਾਰ ਗੀਟੇ ਤੇ ਇੱਕ ਗੇਂਦ ਜਾਂ ਫਿਰ 5 ਗੀਟੇ। ਇਸ ਵਿੱਚ ਗੇਂਦ ਨਹੀਂ ਵਰਤੀ ਜਾਂਦੀ। ਗੇਂਦ ਜਾਂ ਗੀਟੇ ਨੂੰ ਉਛਾਲ ਕੇ ਗੀਟੇ ਇੱਕ ਇੱਕ ਕਰਕੇ ਚੁੱਕੇ ਜਾਂਦੇ ਹਨ ਜਾਂ ਕੁੱਤਾ ਬਣਾ ਕੇ ਸਾਂਭ ਲਏ ਜਾਂਦੇ ਹਨ। ਜਿਹੜੀ ਕੁੜੀ ਜ਼ਿਆਦਾ ਬਾਜ਼ੀਆਂ ਜਿੱਤ ਲੇ ਉਹ ਜਿੱਤ ਜਾਂਦੀ ਹੈ। ਅੱਖਾਂ ਤੇ ਪੱਟੀ ਬੰਨ੍ਹ ਕੇ ਬਚਪਨ ਦੀਆਂ ਸਹੇਲੀਆਂ ਨੂੰ ਲੱਭਣਾ ਖੇਡ ਹੈ ਜਾਂ ਬਚਪਨ ਦੇ ਗੁਆਚ ਜਾਣ ਦਾ ਡਰ।
ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਬੱਚਿਆਂ ਦੀ ਇੱਕ ਰੌਚਕ ਖੇਡ ਹੈ। ਇਸ ਵਿੱਚ 10 ਤੋਂ 12 ਬੱਚੇ ਭਾਗ ਲੈਂਦੇ ਹਨ। ਇੱਕ ਬੱਚਾ ਚੌਕੜੀ ਮਾਰ ਕੇ ਬੈਠ ਜਾਂਦਾ ਹੈ, ਬਾਕੀ ਉਸਦੇ ਸਿਰ ਉੱਪਰ ਆਪਣੀਆਂ ਮੁੱਠੀਆਂ ਬੰਦ ਕਰਕੇ ਰੱਖਦੇ ਹਨ। ਫਿਰ ਬੈਠੇ ਬੱਚੇ ਦੇ ਪਿੱਛੇ ਅਰਧ ਦਾਇਰੇ ਵਿੱਚ ਖੜੇ ਹੋ ਕੇ ਇਕੱਠੇ ਗਾ ਕੇ ਪੁੱਛਦੇ ਹਨ, ਭੰਡਾ ਭੰਡਾਰੀਆ ਕਿੰਨਾ ਕੁ ਭਾਰ। ਬੈਠਾ ਦਾਈ ਵਾਲਾ ਬੱਚਾ ਕਹਿੰਦਾ ਹੈ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਇਉਂ ਇੱਕ ਇੱਕ ਕਰਕੇ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ। ਲੜ ਗਿਆ ਬੂਈ ਕੁੜੇ ਦੰਦੜੀਆ ਲੜ ਗਿਆ। ਦਾਈ ਵਾਲਾ ਉਹਨਾਂ ਦੇ ਪਿੱਛੇ ਦੌੜਦਾ ਹੈ। ਜਿਸ ਬੱਚੇ ਨੂੰ ਛੂ ਲੈ ਦਾਈ ਉਹਦੇ ਸਿਰ ਆ ਜਾਂਦੀ ਹੈ। ਖੇਡ ਫਿਰ ਸ਼ੁਰੂ ਹੋ ਜਾਂਦੀ ਹੈ। ਦਾਈ ਵਾਲਾ ਉਹਨਾਂ ਦੇ ਪਿੱਛੇ ਦੌੜਦਾ ਹੈ। ਜਿਸ ਬੱਚੇ ਨੂੰ ਛੂ ਲੈ ਦਾਈ ਉਹਦੇ ਸਿਰ ਆ ਜਾਂਦੀ ਹੈ ਤੇ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ। ਕੋਟਲਾ ਛਪਾਕੀ। ਕੋਟਲਾ ਛਪਾਕੀ ਪੁਰਾਤਨ ਪੰਜਾਬ ਦੀ ਮਨਪਸੰਦ ਲੋਕ ਖੇਡ ਹੈ। ਇਹ ਖੇਡ ਕਿਸੇ ਵੀ ਮੌਸਮ ਵਿੱਚ ਕਿਸੇ ਵੀ ਸਮੇਂ ਖੇਡੀ ਜਾਂਦੀ ਹੈ। ਖਿਡਾਰੀਆਂ ਦੀ ਗਿਣਤੀ 5 ਤੋਂ ਲੈ ਕੇ 20-25 ਤੱਕ ਹੋ ਸਕਦੀ ਹੈ। ਕੋਟਲਾ ਛਪਾਕੀ ਜਿਵੇਂ ਰਾਤ ਆਈ, ਜਿਹੜਾ ਅੱਗੇ ਪਿੱਛੇ ਝਾਕੇ ਉਹਦੀ ਸ਼ਾਮ ਤੇ ਆਈ ਜੀ। ਇੱਕ ਜੀ ਕੱਪੜੇ ਨੂੰ ਜੀ ਅਸੀਂ ਕੋਟਲਾ ਕਹਿੰਦੇ ਆ ਜੀ। ਜਿਹੜਾ ਬੱਚਾ ਜੀ ਦੂਸਰੇ ਬੱਚੇ ਨੂੰ ਜੀ ਹੱਥ ਜਿਹਦੇ ਪਿੱਛੇ ਜੀ ਉਹ ਕੋਟਲਾ ਛੱਟ ਦਿੰਦਾ ਜੀ ਉਹ ਬੱਚਾ ਜੀ ਉਸ ਨੂੰ ਛੂੰਹਦਾ ਵਾ ਜੀ। ਫਿਰ ਉਹ ਬੱਚਾ ਜੀ ਉਸ ਦੀ ਥਾਂ ਤੇ ਬਹਿ ਜਾਂਦਾ ਜੀ। ਫਿਰ ਜੀ ਉਹ ਬੱਚਾ ਜੀ ਫੇਰ ਦਾਈ ਦਿੰਦਾ ਵਾ ਜੀ। ਫਿਰ ਜੀ ਉਹ ਕਹਿੰਦਾ ਜੀ ਜਿਹੜਾ ਦਾਈ ਦਿੰਦਾ ਹੁੰਦਾ ਜੀ, ਜਦੋਂ ਉਹਨੂੰ ਛੂੰਹਦਾ ਹੁੰਦਾ ਜੀ ਫਿਰ ਬੱਚਾ ਕਹਿੰਦਾ ਚੂਹਾ ਦਾੜ ਬਿੱਲੀ ਆ, 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 ਚੂਹਾ ਦਾੜ ਬਿੱਲੀ ਆ। ਜਿਹੜਾ ਅੱਗੇ ਪਿੱਛੇ ਵੇਖੇ ਉਹਦੀ ਸ਼ਬਦ ਜ਼ਰੂਰੀ ਕੋਟਲਾ ਛਪਾਕੀ ਜਿਵੇਂ ਰਾਤ ਆਈ, ਦਾੜ ਬਿੱਲੀ ਆ, ਉਹਦੀ ਸ਼ਬਦ ਜ਼ਰੂਰੀ ਹੈ। ਛਟਾਪੂ। ਛਟਾਪੂ ਕੁੜੀਆਂ ਦੀ ਮਨਪਸੰਦ ਖੇਡ ਹੈ। ਇਸ ਨੂੰ ਅੱਡੀ ਟੱਪਾ ਵੀ ਕਹਿੰਦੇ ਹਨ। ਜ਼ਮੀਨ ਤੇ ਛਟਾਪੂ ਦੇ ਖਾਨੇ ਵਾਹ ਕੇ ਇਹ ਖੇਡ ਖੇਡੀ ਜਾਂਦੀ ਹੈ। ਬੱਚਾ ਠੀਪੀ ਨੂੰ ਇੱਕ ਇੱਕ ਖਾਨੇ ਵਿੱਚ ਵਾਰੋ-ਵਾਰੀ ਸੁੱਟਦਾ ਹੈ ਤੇ ਇੱਕ ਲੱਤ ਭਾਰ ਟੱਪਦਾ ਹੋਇਆ ਠੀਪੀ ਕੋਲ ਪਹੁੰਚਦਾ ਹੈ ਤੇ ਠੁੱਡ ਮਾਰਦਾ ਹੋਇਆ ਉਸ ਨੂੰ ਖਾਨਿਆਂ ਵਿੱਚੋਂ ਬਾਹਰ ਕੱਢਦਾ ਹੈ। किथे गईयां खेडां किकली कलीर दियां, किथे गईयां खेडां किकली कलीर दियां। दुपट्टा भाभी दा ते पग मेरे वीर दियां, किथे गईयां खेडां किकली कलीर दियां, किथे गईयां खेडां। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਕਿੱਕਲੀ ਕਲੀਰ ਦੀ ਪੇਂਡੂ ਕੁੜੀਆਂ ਦੀ ਮਨਪਸੰਦ ਪੇਂਡੂ ਖੇਡ ਹੈ, ਜਿਸ ਰਾਹੀਂ ਉਹ ਆਪਣੇ ਤੇ ਆਪਣੇ ਪਰਿਵਾਰਕ ਰਿਸ਼ਤਿਆਂ ਦੀਆਂ ਯਾਦਾਂ ਸਾਂਭਣੀਆਂ ਸਿੱਖਦੀਆਂ ਹਨ।
किथे गईयां खेडां किकली कलीर दियां किथे गईयां खेडां किकली कलीर दियां किकली कलीर दी पग मेरे वीर दी किकली कलीर दी पग मेरे वीर दी किकली कलीर दी पग मेरे वीर दी दुपट्टा भरी जाईदा पिट्टे नूं जवाईदा किकली कलीर दी पग मेरे वीर दी किकली कलीर ਬਾਂਦਰ ਕਿੱਲਾ ਖੇਡ ਵਿੱਚ 10 ਤੋਂ 20 ਬੱਚੇ ਇਹ ਖੇਡ ਖੇਡਦੇ ਨੇ। ਕਿੱਲਾ ਨਿਸ਼ਚਿਤ ਕਰਕੇ ਉਸ ਨਾਲ ਰੱਸੇ ਦਾ ਸਿਰਾ ਬੰਨ੍ਹ ਦਿੱਤਾ ਜਾਂਦਾ ਹੈ ਤੇ ਕਿੱਲੇ ਉੱਪਰ ਜੁੱਤੀਆਂ ਦਾ ਢੇਰ ਲਾ ਦਿੱਤਾ ਜਾਂਦਾ ਹੈ। ਜਿਸ ਸਿਰ ਵਾਰੀ ਆਈ ਹੋਵੇ ਉਹ ਰੱਸੀ ਦਾ ਸਿਰਾ ਫੜ ਕੇ ਬਾਂਦਰ ਵਾਂਗ ਟਪੂਸੀਆਂ ਮਾਰ-ਮਾਰ ਜੁੱਤੀਆਂ ਦੀ ਰਖਵਾਲੀ ਕਰਦਾ ਹੈ। ਬਾਕੀ ਬੱਚੇ ਜੁੱਤੀਆਂ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਵਾਰੀ ਦੇਣ ਵਾਲਾ ਬੱਚਾ ਜੇ ਕਿਸੇ ਦੂਜੇ ਨੂੰ ਛੂਹ ਲਏ ਤਾਂ ਵਾਰੀ ਉਸੇ ਸਿਰ ਆ ਜਾਂਦੀ ਹੈ। ਕਾਗਰ ਪੀਸੀ ਇਹ ਖੇਡ ਪੰਜਾਬ ਦੀ ਪ੍ਰਚਲਿਤ ਖੇਡ ਹੈ। ਇਸ ਵਿੱਚ 5 ਜਾਂ 5 ਤੋਂ ਵੱਧ ਗੱਭਰੂਆਂ ਦੀਆਂ 2 ਟੀਮਾਂ ਬਣਾਈਆਂ ਜਾਂਦੀਆਂ ਹਨ। ਇਸ ਵਿੱਚ ਇੱਕ ਟੀਮ ਦੇ 2 ਖਿਡਾਰੀ ਕਿਸੇ ਕੰਧ ਜਾਂ ਦਰਖਤ ਦਾ ਸਹਾਰਾ ਲੈ ਕੇ ਘੋੜੀ ਬਣਦੇ ਹਨ ਤੇ ਦੂਜੀ ਟੀਮ ਦੇ ਖਿਡਾਰੀ ਪਿੱਛੋਂ ਭੱਜ ਕੇ ਉਹਨਾਂ ਤੇ ਛਾਲ ਮਾਰਦੇ ਨੇ ਤੇ ਅੱਗੋਂ ਤੋਂ ਅੱਗੇ ਪਹੁੰਚਦੇ ਨੇ। ਜੇ ਘੋੜੀ ਬਣਿਆ ਖਿਡਾਰੀ ਡਿੱਗ ਜਾਏ ਤਾਂ ਉਸ ਦੀ ਹਾਰ ਹੋ ਜਾਂਦੀ ਹੈ ਤੇ ਉੱਪਰ ਬੈਠੇ ਖਿਡਾਰੀਆਂ ਦੀ ਟੀਮ ਜਿੱਤ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਚੱਲਦੀ ਰਹਿੰਦੀ ਹੈ। ਇਹ ਖੇਡ ਸਾਡੇ ਪੰਜਾਬੀ ਗੱਭਰੂਆਂ ਦੀ ਸਰੀਰਕ ਸ਼ਕਤੀ ਦੀ ਇੱਕ ਦਿਲਖਿਚਵੀਂ ਖੇਡ ਹੈ। ਗੁੱਲੀ ਡੰਡਾ ਖੇਡਦੇ ਚਪੇੜਾਂ ਕਿਨੇ ਛੱਡੀਆਂ ਉਹ ਮਾਂ ਕਹਿੰਦੀ ਦੱਸ ਪੁੱਤ ਗਾਲਾਂ ਕਿਨੇ ਕੱਢੀਆਂ। ਗੁੱਲੀ ਡੰਡਾ। ਇਸ ਖੇਡ ਵਿੱਚ ਲੱਕੜ ਦਾ ਇੱਕ ਗੋਲ ਡੰਡਾ, ਇੱਕ ਗੁੱਲੀ ਤੇ ਧਰਤੀ ਵਿੱਚ ਖੁਰਚ ਕੇ ਬਣਾਈ ਖੁੱਤੀ ਪੱਟ ਲਈ ਜਾਂਦੀ ਹੈ। ਖਿਡਾਰੀਆਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੈ। ਵਾਰੀ ਲੈਣ ਵਾਲੀ ਟੀਮ ਦਾ ਮੈਂਬਰ ਗੁੱਲੀ ਨੂੰ ਖੁੱਤੀ ਤੇ ਰੱਖ ਕੇ ਉਹਦੇ ਥੱਲੇ ਡੰਡੇ ਦਾ ਸਿਰਾ ਰੱਖ ਕੇ ਗੁੱਲੀ ਨੂੰ ਜ਼ੋਰ ਨਾਲ ਸਾਹਮਣੇ ਵੱਲ ਉਛਾਲਦਾ। ਦੂਜੀ ਟੀਮ ਦੇ ਮੈਂਬਰ ਸਾਹਮਣੇ ਵਾਲੇ ਪਾਸੇ ਖਿੱਲਰ ਕੇ ਖੜੇ ਹੁੰਦੇ ਹਨ। ਹਵਾ ਵਿੱਚ ਉਛਲੀ ਗੁੱਲੀ ਨੂੰ ਜੁੱਪਣ ਦੀ ਕੋਸ਼ਿਸ਼ ਕਰਦੇ ਹਨ। ਜੇ ਕੋਈ ਜੁੱਪ ਲੈ ਤਾਂ ਖਿਡਾਰੀ ਆਊਟ ਹੋ ਜਾਂਦਾ ਹੈ, ਨਹੀਂ ਤਾਂ ਡਿੱਗੀ ਗੁੱਲੀ ਨੂੰ ਚੁੱਕ ਕੇ ਖੁੱਤੀ ਤੇ ਰੱਖੇ ਡੰਡੇ ਤੇ ਨਿਸ਼ਾਨਾ ਸੇਧ ਕੇ ਮਾਰਦਾ। ਜੇ ਡੰਡੇ ਨੂੰ ਗੁੱਲੀ ਛੂ ਜਾਏ ਤਾਂ ਵੀ ਖਿਡਾਰੀ ਆਊਟ ਹੋ ਜਾਂਦਾ ਹੈ। ਜੇ ਨਾ ਛੂਏ ਤਾਂ ਖੇਡਣ ਵਾਲਾ ਖਿਡਾਰੀ ਗੁੱਲੀ ਨੂੰ ਟੁੱਲ ਮਾਰ ਕੇ ਉਭਾਰਦਾ ਤੇ ਉੱਭਰੀ ਗੁੱਲੀ ਨੂੰ ਡੰਡੇ ਨਾਲ ਦੂਰ ਮਾਰਦਾ। ਦੂਜੀ ਧਿਰ ਦੇ ਖਿਡਾਰੀ ਗੁੱਲੀ ਮਗਰ ਜੁੱਪਣ ਲਈ ਦੌੜਦੇ ਹਨ। ਇਹ ਵਾਰੀ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦ ਤੱਕ ਗੁੱਲੀ ਡੰਡੇ ਨੂੰ ਨਹੀਂ ਵੱਜਦੀ ਜਾਂ ਕੋਈ ਖਿਡਾਰੀ ਗੁੱਲੀ ਬੋਚ ਨਹੀਂ ਲੈਂਦਾ।
ਪੰਜਾਬ ਦੀਆਂ ਇਹ ਪੇਂਡੂ ਖੇਡਾਂ ਸਾਡੇ ਸੱਭਿਆਚਾਰ ਦਾ ਖਜ਼ਾਨਾ ਹਨ, ਜੋ ਤਕਨੀਕੀ ਯੁੱਗ ਤੇ ਅੱਜ ਦੇ ਕੰਪਿਊਟਰ ਤੇ ਗਲੋਬਲ ਆਧੁਨਿਕਤਾ ਦੇ ਸ਼ੋਰ ਵਿੱਚ ਹੌਲੀ-ਹੌਲੀ ਸਾਡੇ ਚੇਤਿਆਂ ਵਿੱਚੋਂ ਖੁਰ ਰਹੀਆਂ ਹਨ। ਜੇ ਅਸੀਂ ਆਪਣੇ ਸੱਭਿਆਚਾਰ ਅਤੇ ਵਿਰਾਸਤ ਤੇ ਮਾਣ ਅਤੇ ਉਸ ਨੂੰ ਪਿਆਰ ਕਰਦੇ ਹਾਂ ਤਾਂ ਇਸ ਸੰਬੰਧੀ ਚੇਤਨਤਾ ਦੀ ਲੋੜ ਹੈ, ਤਾਂ ਕਿ ਇਹਨਾਂ ਪੇਂਡੂ ਖੇਡਾਂ ਨੂੰ ਸਾਂਭ ਕੇ ਆਪਣੇ ਵਿਰਸੇ ਨੂੰ ਸੰਭਾਲਿਆ ਜਾ ਸਕੇ।